ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੀਐਸ ਵੈਬ ਟੀਵੀ ਤੇ ਮੈਂ ਨਵੀਨ ਸੰਧੂ। ਪੀਐਸ ਵੈਬ ਟੀਵੀ ਦੀ ਖਾਸ ਪੇਸ਼ਕਸ਼, ਖਾਸ ਮੁਲਾਕਾਤ ਦੇ ਰਾਹੀਂ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਓਵੀਸੀ ਬੈਂਕ ਦੇ ਰਿਟਾਇਰ ਮੈਨੇਜਰ ਰਾਮ ਰਤਨ ਜੀ, ਜਿਨ੍ਹਾਂ ਨੇ ਇੱਕ ਨਵੀਂ ਪੁਸਤਕ ਲਿਖੀ ਹੈ ਚਿੜੀਆਂ ਦਾ ਚੰਬਾ। ਸੋ ਕੁਝ ਦਿਨ ਪਹਿਲਾਂ ਇਹ ਰਿਲੀਜ਼ ਕੀਤੀ ਉਹਨਾਂ ਨੇ। ਤਾਂ ਪੁੱਛਦੇ ਉਹਨਾਂ ਨੂੰ ਕਿਹਨਾਂ ਵਿਸ਼ਿਆਂ ਨੂੰ ਉਹਨਾਂ ਨੇ ਟੱਚ ਕੀਤਾ ਹੈ ਔਰ ਇਸ ਕਵਿਤਾ ਦੀ ਪੁਸਤਕ ਲਿਖਣ ਦੇ ਵਿੱਚ ਉਹਨਾਂ ਦਾ ਕੀ ਉਦੇਸ਼ ਹੈ। ਨਮਸਕਾਰ ਜੀ, ਪੀਐਸ ਵੈਬ ਟੀਵੀ 'ਤੇ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ ਪੀਐਸ ਵੈਬ ਟੀਵੀ ਦਾ ਮੈਂ ਸਵਾਗਤ ਕਰਦਾ ਹਾਂ ਜੀ। ਧੰਨਵਾਦ ਜੀ। ਕਵਿਤਾ ਲਿਖਣ ਦਾ ਸ਼ੌਕ ਕਿੱਦਾਂ ਪੈਦਾ ਹੋਇਆ ਔਰ ਕੀ ਤੁਸੀਂ ਇਸ ਤੋਂ ਪਹਿਲਾਂ ਵੀ ਕਦੀ ਇਸ ਪੁਸਤਕ ਤੋਂ ਪਹਿਲਾਂ ਵੀ ਕਵਿਤਾਵਾਂ ਲਿਖੀਆਂ? ਮੈਂ ਪਹਿਲਾਂ ਟੀਵੀ 'ਤੇ ਕਵੀਆਂ ਦੀਆਂ ਕਵਿਤਾਵਾਂ ਸੁਣ ਕੇ ਅਤੇ ਮੈਨੂੰ ਬੜਾ ਲੱਗਦਾ ਸੀ ਕਿ ਕਵਿਤਾਵਾਂ ਜਿਹੜੀਆਂ ਇਹ ਲੋਕਾਂ ਨੂੰ ਮਤਲਬ ਜਾਗਰੂਕ ਕਰਦੀਆਂ, ਅਤੇ ਮੈਂ ਹਿੰਦੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਪਰ ਮੁਕੇਰੀਆਂ ਦੇ ਵਿੱਚ ਇੱਕ ਪੰਜਾਬੀ ਸਾਹਿਤ ਸਭਾ ਦਾ ਹਰ ਸਾਲ ਸੰਮੇਲਨ ਹੁੰਦਾ, ਜਿਹਦੇ ਵਿੱਚ ਕਵੀ ਦਰਬਾਰ ਲੱਗਦਾ, ਅਤੇ ਮੈਂ ਵੀ ਉਹ ਕਵੀ ਦਰਬਾਰ ਦੇ ਵਿੱਚ ਹਿੱਸਾ ਲਿਆ। ਅਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਹੁਣ ਪੰਜਾਬੀ ਦੇ ਕਵੀ ਦਰਬਾਰ 'ਚ ਪੰਜਾਬੀ ਦੀਆਂ ਕਵਿਤਾਵਾਂ ਲਿਖਣੀਆਂ ਚਾਹੀਦੀਆਂ, ਅਤੇ ਮੈਂ ਫਿਰ ਪੰਜਾਬੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਤੁਹਾਡੀ ਪੁਸਤਕ ਪੜ੍ਹੀ ਹੈ, ਲਗਭਗ ਤੁਸੀਂ ਸਾਰੇ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਦੇ ਵਿੱਚ ਟੱਚ ਕੀਤਾ ਹੈ। ਕੀ ਸੋਚ ਰਹੀ ਇਸ ਦੇ ਮਗਰ ਕਿ ਤੁਸੀਂ ਇੱਕ ਕੋਈ ਪਾਰਟੀਕੂਲਰ ਵਿਸ਼ੇ ਨਾ ਲੈਂਦੇ ਹੋਏ ਸਾਰੇ ਵਿਸ਼ਿਆਂ ਨੂੰ, ਸਮਾਜਿਕ ਨੂੰ ਟੱਚ ਕੀਤਾ? ਦੇਖੋ ਜੀ, ਇਹ ਜਿਹੜੀ ਮੇਰੀ ਪੁਸਤਕ ਹੈ ਇਹਦੇ ਵਿੱਚ ਮੈਂ ਪੰਛੀਆਂ 'ਤੇ ਲਿਖਿਆ, ਮੈਂ ਕੁਦਰਤ ਦੇ ਲਿਖਿਆ, ਫਿਰ ਮੈਂ ਬ੍ਰਿਕਸ਼ਾਂ ਦੇ ਲਈ ਲਿਖਿਆ, ਕਿਉਂਕਿ ਲੋਕ ਜੰਗਲ ਕੱਟੀ ਜਾ ਰਹੇ ਨੇ ਅਤੇ ਸਾਡੇ ਤਾਂ ਇੱਥੇ ਮੀਂਹ ਵੀ ਘੱਟ ਪੈਂਦਾ। ਉਹਦਾ ਰੀਜ਼ਨ ਇਹੋ ਹੀ ਹੈ। ਇਸ ਕਰਕੇ ਮੈਂ ਬ੍ਰਿਕਸ਼ਾਂ ਦੇ ਉੱਤੇ ਵੀ ਲਿਖਿਆ ਅਤੇ ਲੋਕਾਂ ਨੂੰ ਇਹ ਦੱਸਣਾ ਚਾਹਿਆ ਕਿ ਬ੍ਰਿਕਸ਼ ਕੱਟਣੇ ਨਹੀਂ ਚਾਹੀਦੇ, ਬ੍ਰਿਕਸ਼ ਹੋਰ ਲਗਾਉਣੇ ਚਾਹੀਦੇ ਹੈ। ਅੱਜ ਲੋਕ ਜਿੱਦਾਂ ਅੰਗਰੇਜ਼ੀ ਵੱਲ, ਸਕੂਲਾਂ ਦੇ ਵਿੱਚ ਵੀ ਟਰੈਂਡ ਹੈ, ਜੇ ਅੰਗਰੇਜ਼ੀ ਨਹੀਂ ਤਾਂ ਘੱਟੋ ਘੱਟ ਜਿਹੜੇ ਮਤਲਬ ਹਿੰਦੀ ਬੋਲਣ ਨੂੰ ਪ੍ਰੇਰਿਤ ਕੀਤਾ ਜਾਂਦਾ ਜ਼ਿਆਦਾ। ਉੱਥੇ ਹੀ ਤੁਸੀਂ ਕੀ ਮੰਨਦੇ ਹੋ ਵੀ ਪੰਜਾਬੀ ਦੇ ਅੱਜ ਦੇ ਦੌਰ ਦੇ ਵਿੱਚ ਪੰਜਾਬੀ 'ਚ ਪੁਸਤਕ ਲਿਖਣੀ ਕਿੰਨੀ ਕੁ ਜਿਹੜੀ ਤੁਹਾਡੀ ਆ ਠੀਕ ਰਹੇਗੀ? ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਦਾ ਪੰਜਾਬੀ ਵੱਲ ਰੁਝਾਨ ਘੱਟ ਗਏ ਅਤੇ ਇੰਗਲਿਸ਼ ਵੱਲ ਜ਼ਿਆਦਾ ਜਾ ਰਿਹਾ ਅਤੇ ਹਿੰਦੀ ਵੱਲ ਰੁਝਾਨ ਜ਼ਿਆਦਾ ਜਾ ਰਿਹਾ, ਅਤੇ ਬੱਚਿਆਂ ਨੂੰ ਪੁਰਾਣੀ ਸੱਭਿਅਤਾ, ਪੁਰਾਣੇ ਅਕਸਰ, ਪੁਰਾਣੀਆਂ ਚੀਜ਼ਾਂ ਦੇ ਬਾਰੇ ਪਤਾ ਨਹੀਂ ਹੈ। ਮੈਂ ਆਪਣੀ ਪੁਸਤਕ ਦੇ ਵਿੱਚ ਉਹ ਸ਼ਬਦ ਯੂਜ ਕੀਤੇ ਹੈ ਜਿਹੜੇ ਬੱਚਿਆਂ ਨੇ ਅਜੇ ਤੱਕ ਦੇਖੇ ਨਹੀਂ, ਜਿਵੇਂ ਤਕਲਾ, ਮਾਲ, ਪੂਣੀਆਂ, ਸਾਬਾ, ਇਹੋ ਜਿਹੀਆਂ ਚੀਜ਼ਾਂ ਬੱਚਿਆਂ ਨੇ ਦੇਖੀਆਂ ਨਹੀਂ, ਅਤੇ ਇਸ ਕਰਕੇ ਮੈਂ ਇਹੋ ਜਿਹੇ ਸ਼ਬਦ ਕਵਿਤਾਵਾਂ ਦੇ ਵਿੱਚ ਪੇਸ਼ ਕੀਤੇ ਤਾਂ ਜੇ ਬੱਚੇ ਆ ਜਿਹੜੇ ਉਹਨਾਂ ਨੂੰ ਆਪਣਾ ਪੁਰਾਣਾ ਜਿਹੜਾ ਸੱਭਿਆਚਾਰ ਹੈ ਜਿਹੜਾ ਉਹ ਵੀ ਯਾਦ ਰਹੇ। ਤੁਹਾਡਾ ਲੇਖਣ ਦਾ ਸਫ਼ਰ ਜੋ ਇਸ ਪੁਸਤਕ 'ਤੇ ਹੀ ਖ਼ਤਮ ਹੋ ਜਾਏਗਾ ਜਾਂ ਅੱਗੇ ਵੀ ਕੋਈ ਯੋਜਨਾ ਹੈ ਜਾਂ ਕੁਛ ਲਿਖਣ ਦਾ ਤੁਸੀਂ ਮਨ ਬਣਾਇਆ ਹੋਇਆ ਅੱਗੇ ਵੀ? ਇਹ ਪੁਸਤਕ ਛਪਣ ਤੋਂ ਬਾਅਦ ਮੈਂ 30-40 ਕਵਿਤਾਵਾਂ ਹੋਰ ਲਿਖ ਚੁੱਕਿਆ, ਅਤੇ ਮੈਂ 50-60 ਕਿਤਾਬਾਂ ਜਦੋਂ ਹੋ ਗਈਆਂ ਅਤੇ ਫਿਰ ਨਵੀਂ ਪੁਸਤਕ ਜਿਹੜੀ ਹੈ ਉਹ ਛਪਵਾਵਾਂਗਾ। ਉਹਦੇ ਵਿੱਚ ਵੀ ਮੈਂ ਜ਼ਿਆਦਾਤਰ ਕੁਦਰਤ ਨੂੰ ਹੀ ਟੱਚ ਕੀਤਾ ਹੈ। ਇੱਕ ਕਵੀ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਦੀਆਂ ਕੁਰੀਤੀਆਂ 'ਤੇ ਚੋਟ ਕਰਦਾ ਹੈ। ਕੀ ਤੁਹਾਨੂੰ ਇੰਨਾ ਸਮਾਂ ਲੱਗ ਗਿਆ, ਰਿਟਾਇਰਮੈਂਟ ਤੋਂ ਵੀ ਤੁਸੀਂ 5 ਸਾਲ ਬਾਅਦ ਵਿੱਚ ਜਿਹੜਾ ਲਿਖਣਾ ਸ਼ੁਰੂ ਕੀਤਾ, ਕੀ ਮੰਨਿਆ ਜਾਵੇ ਵੀ ਇੰਨੇ ਸਾਲ ਦੇ ਤੱਕ ਕੋਈ ਸਮਾਜਿਕ ਕੁਰੀਤੀਆਂ ਨੂੰ ਤੁਸੀਂ ਟੱਚ ਨਹੀਂ ਕੀਤਾ ਜਾਂ ਕੀ ਤੁਹਾਡੀਆਂ ਮਜਬੂਰੀਆਂ ਰਹੀਆਂ? ਜਿੰਨੇ ਸਾਲ ਅਸੀਂ ਸਰਵਿਸ ਕਰਦੇ ਰਹੇ ਹਾਂ, ਮੈਂ ਬੈਂਕ ਦੀ ਜੋਬ ਕੀਤੀ ਹੈ, ਕਿਉਂਕਿ ਸਵੇਰੇ ਚਲੇ ਜਾਣਾ, ਸ਼ਾਮ ਨੂੰ ਲੇਟ ਆਉਣਾ ਅਤੇ ਸਮਾਜ ਦੇ ਨਾਲ ਟੱਚ ਨਹੀਂ ਕਰ ਸਕਦੇ। ਇਸ ਕਰਕੇ ਮੈਂ ਰਿਟਾਇਰਮੈਂਟ ਤੋਂ ਬਾਅਦ ਮੈਂ ਚਾਹੁੰਦਾ ਕਿ ਸਮਾਜ ਦੀ ਸੇਵਾ ਕੀਤੀ ਜਾਵੇ ਅਤੇ ਸਮਾਜ ਵਿੱਚ ਜੋ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ। ਇਸ ਕਰਕੇ ਮੈਂ ਆਪਣੀਆਂ ਕਵਿਤਾਵਾਂ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਿਹਾ, ਅਤੇ ਮੈਂ ਇੱਥੋਂ ਤੱਕ ਕਿ ਇਹ ਕਵਿਤਾਵਾਂ ਜਿੰਨੀਆਂ ਮੈਂ ਲਿਖੀਆਂ ਇਹਦੇ ਵਿੱਚ ਸਾਰੀਆਂ ਜੋ ਕੁਰੀਤੀਆਂ ਉਹਦੇ ਅਗੇਂਸਟ ਲਿਖਿਆ। ਮੈਂ ਲੜਕੀਆਂ ਦੇ ਪੜ੍ਹਾਈ ਬਾਰੇ ਵੀ ਲਿਖਿਆ ਅਤੇ ਲੜਕਿਆਂ ਦੇ ਪੜ੍ਹਾਈ ਬਾਰੇ ਵੀ ਲਿਖਿਆ। ਅੱਜ ਸੋਸ਼ਲ ਮੀਡੀਆ ਦਾ ਦੌਰ ਹੈ, ਇਸ ਦੌਰ ਦੇ ਵਿੱਚ ਲੋਕਾਂ ਦਾ ਰੁਝਾਨ ਕਿਤਾਬਾਂ, ਕਵਿਤਾਵਾਂ, ਕਹਾਣੀਆਂ ਵੱਲ ਕਾਫੀ ਘੱਟ ਚੁੱਕਾ ਹੈ। ਕੀ ਮੰਨਦੇ ਹੋ ਤੁਸੀਂ, ਇਸ ਦੌਰ ਦੇ ਵਿੱਚ ਲੋਕ ਕਵਿਤਾਵਾਂ ਪੜ੍ਹਨਗੇ ਤੁਹਾਡੀਆਂ? ਜਿਹੜੀ ਕਵਿਤਾਵਾਂ ਹੈ ਲੋਕਾਂ ਕੋਲ ਟਾਈਮ ਘੱਟ ਹੈ ਪੜ੍ਹਨ ਨੂੰ, ਲੇਕਿਨ ਫਿਰ ਵੀ ਜਦੋਂ ਲੋਕ ਇੱਕ ਕਵਿਤਾਵਾ ਪੜ੍ਹਦੇ ਹੈ ਉਹਨੂੰ ਰੁਚੀ ਪੈਦਾ ਹੁੰਦੀ ਹੈ ਅਤੇ ਫਿਰ ਉਹ ਹੋਰ ਵੀ ਕਵਿਤਾਵਾਂ ਪੜ੍ਹਦੇ ਅੱਗੇ। ਜੇ ਉਹ ਜਿਹੜਾ ਇੱਕ ਪ੍ਰੌੜ ਆਦਮੀ ਹੈ, ਜੇ ਉਹ ਕਵਿਤਾ ਪੜ੍ਹੇਗਾ
ਉਹਨੂੰ ਲੱਗੇਗਾ ਕਿ ਇਹ ਕਵਿਤਾਵਾਂ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ ਤੇ ਉਹ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਗੇ ਪੜ੍ਹਨ ਦੇ ਲਈ। ਤੁਸੀਂ ਜਿਸ ਸਮਾਜ ਚੋਂ ਨਿਕਲੇ ਹੋ, ਬੜੇ ਗਰਾਊਂਡ ਤੋਂ ਉੱਠ ਕੇ ਇੰਨੀ ਤਰੱਕੀ ਕੀਤੀ, ਸੈਟਲ ਕੀਤੇ, ਕੀ ਆਪਣੇ ਉਸ ਸਮਾਜ ਨੂੰ ਕੋਈ ਪੇ ਬੈਕ ਕਰਨ ਦਾ ਕਦੀ ਸੋਚਿਆ ਕੁਛ? ਮੈਂ ਪਿੰਡ 'ਚੋਂ ਉੱਠ ਕੇ ਆਇਆ ਜੀ ਸ਼ਹਿਰ ਦੇ ਵਿੱਚ। ਮੈਂ ਪੇਂਡੂ ਜਿਹੜਾ ਸੱਭਿਆਚਾਰ ਆ ਉਹਨੂੰ ਸਾਰਾ ਦੇਖਿਆ, ਹੰਢਾਇਆ ਹੈ ਅਤੇ ਮੈਂ ਸਾਰੇ ਆਪਣੇ ਸਮਾਜ ਨੂੰ, ਪਿਛੋਕੜ ਨੂੰ, ਸਾਰਿਆਂ ਨੂੰ ਜਾਗਰੂਕ ਕਰਨਾ ਚਾਹੁੰਦਾ ਕਿ ਪੜ੍ਹਨਾ ਲਿਖਣਾ ਚਾਹੀਦਾ। ਪੜ੍ਹੋਗੇ ਤੇ ਬੱਚੇ ਅੱਗੇ ਵਧਣਗੇ, ਜੇ ਤੁਸੀਂ ਪੜ੍ਹੋਗੇ ਨਹੀਂ ਤਾਂ ਤੁਹਾਡੇ ਬੱਚੇ ਅੱਗੇ ਨਹੀਂ ਵਧਣਗੇ। ਕਿਉਂਕਿ ਮੇਰੇ ਬੱਚੇ ਜਿਹੜੇ ਹੈ, ਮੈਂ ਪਿੰਡ 'ਚੋਂ ਉੱਠ ਕੇ ਆਇਆ ਸੀ ਅਤੇ ਬੱਚੇ ਮੇਰੇ ਸ਼ਹਿਰ ਪੜ੍ਹੇ ਹੈ। ਬੇਟਾ ਮੇਰਾ ਇਸ ਵੇਲੇ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੈ ਅਤੇ ਮੈਂ ਲੋਕਾਂ ਨੂੰ ਵੀ ਇਹੋ ਹੀ ਸੰਦੇਸ਼ਾ ਦਿੰਦਾ ਕਿ ਬੱਚਿਆਂ ਨੂੰ ਪੜ੍ਹਾਓ ਅਤੇ ਬੱਚਿਆਂ ਨੂੰ ਅੱਗੇ ਕਾਮਯਾਬ ਕਰੋ। ਆਪਣੀਆਂ ਕਿਤਾਬਾਂ ਦੇ ਵਿੱਚ ਕਿਹੜਾ ਜਿਹੜਾ ਤੁਹਾਡਾ ਮੁੱਖ ਵਿਸ਼ੇ ਹੈ ਜਿਹੜਾ ਕਿ ਤੁਹਾਨੂੰ ਸਭ ਤੋਂ ਵੱਧ ਪਸੰਦ ਆ? ਸਭ ਤੋਂ ਜ਼ਿਆਦਾ ਜੀ ਮੇਰਾ ਵਿਸ਼ਾ ਵਾਤਾਵਰਣ 'ਤੇ, ਕਿਉਂਕਿ ਬ੍ਰਿਕਸ ਕੱਟੇ ਜਾ ਰਹੇ, ਨਵੇਂ ਬ੍ਰਿਕਸ ਕੋਈ ਲਾਉਂਦੇ ਨਹੀਂ। ਜਿਹੜੇ ਬ੍ਰਿਕਸ ਲਾਉਂਦੇ ਆ ਉਹ ਕਮਰਸ਼ੀਅਲ ਬ੍ਰਿਕਸ ਲਾਉਂਦੇ ਸਫੈਦਾ ਵਰਗਾ, ਜਿਹੜੇ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹੈ। ਅਤੇ ਮੈਂ ਇਹਨੂੰ ਲੋਕਾਂ ਤੱਕ ਜਾਗਰੂਕ ਕਰਨ ਦੇ ਲਈ ਮੈਂ ਪਿੱਪਲ ਦੇ ਬੂਟੇ ਲਗਾਉਂਦਾ। ਮੈਂ ਪਿਛਲੇ ਵੀਰਵਾਰ 26ਵਾਂ ਬੂਟਾ ਲਗਾਤਾ ਅਤੇ 25ਵਾਂ ਮੈਂ ਬੂਟਾ ਲਗਾਇਆ ਸੀ 15 ਅਗਸਤ ਨੂੰ ਸੁਤੰਤਰਤਾ ਦਿਵਸ 'ਤੇ, ਅਤੇ 26ਵਾਂ ਬੂਟਾ ਲਗਾਇਆ ਮੈਂ ਪਿੱਪਲ ਦਾ ਜਨਮ ਅਸ਼ਟਮੀ ਦੇ ਉੱਤੇ। ਅਤੇ ਮੇਰੇ ਕੋਲ ਹੁਣ ਵੀ ਅਜੇ 15 ਬੂਟੇ ਪਿੱਪਲ ਦੇ ਤਿਆਰ ਹੈ ਅਤੇ ਜਿਹੜੇ ਮੈਂ ਹਰ ਹਫ਼ਤੇ ਇੱਕ ਬੂਟਾ ਲਗਾਉਂਦਾ। ਅਤੇ ਮੈਂ ਲੋਕਾਂ ਨੂੰ ਵੀ ਕਹਿੰਦਾ ਕਿ ਪਿੱਪਲ ਦੇ ਬੋਹੜ ਅਤੇ ਟਾਹਲੀ ਦੇ ਬ੍ਰਿਕਸ ਲਗਾਏ ਜਾਣ ਤਾਂ ਕਿ ਪਿੱਪਲ ਜਿਹੜਾ ਆ ਉਹ 24 ਘੰਟੇ ਆਕਸੀਜਨ ਦਿੰਦਾ। ਇੱਕ ਤਾਂ ਸਾਡੀ ਆਕਸੀਜਨ ਦੀ ਘਾਟ ਪੂਰੀ ਹੋਏਗੀ, ਸਾਨੂੰ ਬਿਮਾਰੀਆਂ ਨਹੀਂ ਲੱਗਣਗੀਆਂ, ਅਤੇ ਦੂਸਰਾ ਇਹ ਹੈ ਕਿ ਜਿਹੜਾ ਸਾਡੇ ਮੀਂਹ ਨਹੀਂ ਪੈਂਦਾ, ਪਿੱਪਲ ਦੇ ਬੂਟੇ ਉੱਚੇ ਬੂਟੇ ਲਗਾਵਾਂਗੇ ਅਤੇ ਸਾਡਾ ਵਾਤਾਵਰਨ ਠੀਕ ਰਹੇਗਾ ਅਤੇ ਮੀਂਹ ਜਿਹੜਾ ਟਾਈਮ ਸਿਰ ਪਏਗਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ 'ਤੇ ਆਉਣ ਲਈ। ਸੋ ਇਹ ਸਨ ਰਿਟਾਇਰ ਮੈਨੇਜਰ OBC ਬੈਂਕ ਮੁਕੇਰੀਆਂ ਰਾਮ ਰਤਨ ਜੀ। ਸੋ ਇਹਨਾਂ ਨਾਲ ਅੱਜ ਗੱਲਬਾਤ ਕੀਤੀ, ਇਹਨਾਂ ਦੀ ਪੁਸਤਕ ਚਿੜੀਆਂ ਦੇ ਚੰਬੇ ਨੂੰ ਲੈ ਕੇ। ਜਲਦ ਹੀ ਤੁਹਾਨੂੰ ਮਿਲਾਵਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ PS ਵੈਬ TV 'ਤੇ। ਧੰਨਵਾਦ।